Hello everyone. So in this particular video lecture, we are going to discuss about reinforcing material and its type. So basically we are focusing in this video lecture steel because in the last lecture or in last video we have seen that why steel is used as reinforcing material, but in this video lecture we are going to study that how many type of steels are used, right? So moving further, so what is the need of reinforcing material? Reinforcing material ਦੀ ਲੋੜ ਕਿਉਂ ਪੈਂਦੀ ਆ ਇੱਕ ਬੀਮ ਦੇ ਵਿੱਚ ਜਾਂ ਇੱਕ ਸਟਰਕਚਰ ਦੇ ਵਿੱਚ? ਜਿਵੇਂ ਕਿ ਅਸੀਂ ਲਾਸਟ ਟਾਈਮ ਪੜ੍ਹ ਕੇ ਹਟੇ ਕਿ ਕੰਕਰੀਟ ਜਿਹੜਾ ਹੈ ਉਹ ਦਬਾਅ ਦੇ ਵਿੱਚ, ਕੰਪਰੈਸ਼ਨ ਦੇ ਵਿੱਚ ਜਦੋਂ ਉਹਦੇ ਉੱਤੇ ਕੋਈ ਚੀਜ਼ ਦਬਵੀਂ ਫੋਰਸ ਪਵੇ ਤਾਂ ਉਹ ਬਹੁਤ ਜ਼ਿਆਦਾ ਸਟਰੋਂਗ ਆ। ਪਰ ਜੇਕਰ ਅਸੀਂ ਕੰਕਰੀਟ ਨੂੰ ਖਿੱਚਣ ਦੀ ਕੋਸ਼ਿਸ਼ ਕਰੀਏ ਤਾਂ ਇਟ ਵਿਲ ਕ੍ਰੈਕ ਲਾਈਕ ਅ ਬਿਸਕਿਟ, ਇਟ ਵਿਲ ਕ੍ਰਸ਼, ਇਟ ਵਿਲ ਬ੍ਰੇਕ, ਰਾਈਟ? ਸੋ ਦੈਟ ਮੀਨਸ ਸਾਨੂੰ ਹੁਣ ਕੋਈ ਇਹੋ ਜਿਹਾ ਮਟੀਰੀਅਲ ਚਾਹੀਦਾ ਸੀ ਜਿਹੜਾ ਕਿ ਅਸੀਂ ਕੰਕਰੀਟ ਦੇ ਵਿੱਚ ਐਡ ਕਰੀਏ ਤਾਂ ਜੋ ਜਿਹੜੀ ਉਹ ਕੰਕਰੀਟ ਦੀ ਵੀਕਨੈਸ ਹੈ ਕਿ ਉਹ ਖਿਚਾਵ ਨਹੀਂ ਸਹਿ ਸਕਦਾ, ਟੈਂਸਾਈਲ ਫੋਰਸਿਸ ਨਹੀਂ ਲੈ ਸਕਦਾ, ਟੈਂਸਾਈਲ ਸਟ੍ਰੈਸਿਸ ਨਹੀਂ ਲੈ ਸਕਦਾ। ਸੋ ਉਹਦੇ ਲਈ ਅਸੀਂ ਕੀ ਕੀਤਾ, ਉਹਦੇ ਵਿੱਚ ਇੱਕ ਇਹੋ ਜਿਹਾ ਰੀਇਨਫੋਰਸਿੰਗ ਮਟੀਰੀਅਲ ਪਾਇਆ ਸਟੀਲ, ਜਿਹਦੇ ਨਾਲ ਕੰਕਰੀਟ ਤੇ ਸਟੀਲ ਨੇ ਕੰਬਾਈਨ ਹੋ ਕੇ RCC ਬਣਾਤਾ ਔਰ ਉਹ ਹੁਣ ਦੋਵੇਂ ਲੋਡਸ ਲੈਣ ਲੱਗ ਪਏ, ਕੰਪਰੈਸ਼ਨ ਲੋਡ ਵੀ ਲੈਣ ਲੱਗ ਪਏ ਤੇ ਟੈਂਸ਼ਨ ਵੀ। ਕੰਪਰੈਸਿਵ ਲੋਡ ਜਾਂ ਦਬਾਅ ਵਾਲਾ ਲੋਡ ਕੌਣ ਲੈਂਦਾ ਆ? ਕੰਕਰੀਟ, ਤੇ ਖਿਚਾਵ ਵਾਲਾ ਲੋਡ ਕੌਣ ਲੈਂਦਾ? ਸਟੀਲ। ਦੂਸਰਾ ਪੁਆਇੰਟ, increase the strength of concrete sections. Definitely ਜੇ ਅਗਰ ਅਸੀਂ ਕੰਕਰੀਟ ਦੇ ਵਿੱਚ ਕੋਈ ਮਟੀਰੀਅਲ ਪਾਵਾਂਗੇ ਤਾਂ ਕੰਕਰੀਟ ਸੈਕਸ਼ਨਸ ਦੀ ਸਟਰੈਂਥ ਵਧੇਗੀ ਹੀ। ਥਰਡ ਪੁਆਇੰਟ, make sections thinner compared to plain concrete section. Example, ਆਪਾਂ ਕਹਿ ਰਹੇ ਹਾਂ ਕਿ ਇੱਕ ਬੀਮ ਬਣਾਉਣਾ ਹੈ ਜਿਹਦੇ ਉੱਤੇ ਲੋਡ 100 ਕਿਲੋ ਨਿਊਟਨ ਪਰ ਮੀਟਰ ਆਣਾ, ਮਤਲਬ ਇਟ ਹੈਜ਼ ਇਨੋਰਮਸ ਲੋਡ, ਤੇ ਅਸੀਂ ਕਹਿੰਦੇ ਉਸ ਲੋਡ ਦੇ ਕਰਕੇ ਜੇਕਰ ਅਸੀਂ ਬੀਮ ਨੂੰ, ਇਹ ਆਪਾਂ ਅੱਗੇ ਜਾ ਕੇ ਸਿੱਖਾਂਗੇ ਵੈਸੇ ਡਿਜ਼ਾਈਨ ਕਿਵੇਂ ਕਰਨੇ, ਆਈ ਐਮ ਜਸਟ ਗਿਵਿੰਗ ਯੂ ਐਨ ਐਗਜ਼ਾਮਪਲ, ਕਿ ਉਸ ਹਿਸਾਬ ਦੇ ਨਾਲ ਮੇਰੇ ਬੀਮ ਜਿਹੜਾ ਡੂੰਘਾ ਆ ਰਿਹਾ ਉਹ 1 ਮੀਟਰ ਡੂੰਘਾ ਬੀਮ ਆ ਰਿਹਾ, ਦੈਟ ਮੀਨਸ 1 ਮੀਟਰ ਮੀਨਸ 3.3 ਫੁੱਟ ਅਪਰੋਕਸੀਮੇਟ ਲਾ ਲਓ, ਚਲੋ ਕਿ 3 ਫੁੱਟ ਡੂੰਘਾ ਬੀਮ ਆ। ਪਰ ਸਾਡੇ ਨੂੰ ਹੁਣ ਕਿਹਾ ਕੀ ਗਿਆ ਆ, ਜਿਨ੍ਹਾਂ ਦਾ ਅਸੀਂ ਪਲਾਟ ਬਣਾਉਣਾ ਆ ਜਿੱਥੇ ਬੀਮ ਪਾਣਾ, ਉਹ ਕਹਿੰਦੇ ਕਿ ਜੀ ਅਸੀਂ ਤਾਂ ਜੀ 1 ਫੁੱਟ ਤੋਂ ਵੱਧ ਡੂੰਘਾ ਬੀਮ ਰੱਖਣਾ ਹੀ ਨਹੀਂ। ਨਾਓ ਵੀ ਹੈਵ ਅ ਪ੍ਰੋਬਲਮ ਔਰ ਇਟ ਇਜ਼ ਅ ਪ੍ਰੋਬਲਮ ਆਫ ਅ ਡਿਜ਼ਾਈਨਰ ਕਿ ਉਹਨਾਂ ਨੇ ਕਿਹਾ ਕਿ 1 ਫੁੱਟ ਤੋਂ ਜ਼ਿਆਦਾ ਡੂੰਘਾ ਬੀਮ ਵੀ ਨਹੀਂ ਪਾਣਾ, ਪਰ ਬੀਮ ਜੇ ਅਸੀਂ ਕੰਕਰੀਟ ਦਾ ਬਣਾਈਏ ਤਾਂ ਫਿਰ ਉਹ ਤਾਂ ਬਣਦਾ ਪਿਆ 3 ਫੁੱਟ ਦਾ ਇੰਨਾ ਲੋਡ ਚੱਕਣ ਦੇ ਲਈ, ਰਾਈਟ? ਤਾਂ ਫਿਰ ਉਦੋਂ ਅਸੀਂ ਕੀ ਕਰਦੇ ਹਾਂ, ਉਹਦੇ ਵਿੱਚ ਜਦੋਂ ਅਸੀਂ ਸਟੀਲ ਐਡ ਕਰਤਾ ਤੇ ਉਹਦੇ ਨਾਲ ਕੀ ਹੋ ਗਿਆ, ਕਿਉਂਕਿ ਲੋਡ ਸਟੀਲ ਨੇ ਵੀ ਚੱਕਣਾ ਨਾ, ਤਾਂ ਅਲਟੀਮੇਟਲੀ ਦੋਵਾਂ ਨੇ ਕੰਬਾਈਨ ਕਰਕੇ ਜਿਹੜੀ ਡੈਪਥ ਹੈ ਕੰਕਰੀਟ ਜਿਹੜਾ ਥਿਨਰ ਬਣਾ ਦੇਣਾ, ਥਿਨ ਬਣਾ ਦੇਣਾ, ਮਤਲਬ ਜਿਹੜਾ 3 ਫੁੱਟ ਦਾ ਸੀ ਉਹਦੇ ਵਿੱਚ ਜੇ ਸਟੀਲ ਪਾ ਦੂੰਗੇ ਤਾਂ ਉਹ 1 ਫੁੱਟ ਦੇ ਵਿੱਚ ਹੀ ਸਰ ਜੂਗਾ। ਨੈਕਸਟ, ਟੂ ਪ੍ਰੀਵੈਂਟ ਪ੍ਰੋਪੇਗੇਸ਼ਨ ਆਫ ਕ੍ਰੈਕਸ ਡਿਊ ਟੂ ਟੈਂਪਰੇਚਰ ਐਂਡ ਸ਼ਰਿੰਕੇਜ ਸਟ੍ਰੈਸਿਸ। ਜਦੋਂ ਕੰਕਰੀਟ ਖਿੱਚਿਆ ਜਾਊਗਾ, ਕੱਲਾ ਸਿੰਪਲ ਆਈ ਐਮ ਟਾਕਿੰਗ ਅਬਾਊਟ ਸਿੰਪਲ PCC, ਤੇ ਉਹਦੇ ਵਿੱਚ ਜਦੋਂ ਕੰਕਰੀਟ ਤੁਹਾਡਾ ਖਿੱਚਿਆ ਜਾਊਗਾ ਓਬਵੀਅਸਲੀ ਉਹਦੇ ਵਿੱਚ ਕ੍ਰੈਕਸ ਆਣਗੇ, ਉਹ ਟੁੱਟੂਗਾ, ਤੇ ਸਟੀਲ ਪਾਣ ਦੇ ਨਾਲ ਉਹਦੇ ਵਿੱਚ ਕ੍ਰੈਕਸ ਦੀ ਜਿਹੜੀ ਆ ਡਿਵੈਲਪਮੈਂਟ ਹੈ ਉਹ ਰੁਕਦੀ ਹੈ, ਰਾਈਟ? ਦੈਟ ਮੀਨਸ ਟੈਂਪਰੇਚਰ ਦੇ ਨਾਲ ਜਾਂ ਸ਼ਰਿੰਕੇਜ ਦੇ ਨਾਲ ਜਦੋਂ ਕੰਕਰੀਟ ਸ਼ਰਿੰਕ ਕਰਦਾ ਆ ਉਹਦੇ ਨਾਲ ਜਿਹੜੇ ਕ੍ਰੈਕਸ ਨੇ ਉਹ ਘੱਟ ਹੁੰਦੇ ਨੇ ਜਦੋਂ ਰੀਇਨਫੋਰਸਿੰਗ ਮਟੀਰੀਅਲ ਉਹਦੇ ਵਿੱਚ ਐਡ ਹੋਵੇ। ਸੋ ਥੀਸ ਆਰ ਦ 4 ਮੇਜਰ ਐਂਡ ਬੇਸਿਕ ਪੁਆਇੰਟਸ that what is the need of reinforcing material. Next is how tensile forces in a beam are going to develop. Now as you see in this picture, it is the picture of beam, right? ਹੁਣ ਇਸ ਬੀਮ ਦੇ ਵਿੱਚ ਦੇਖੋ ਸਟ੍ਰੇਟ ਲਾਈਨ ਦਾ ਜਦੋਂ ਇਹਦੇ ਵਿੱਚ ਲੋਡ ਲੱਗਿਆ ਇਸ ਬੀਮ ਨੇ ਕੀ ਕਰਨਾ, ਬੈਂਡ ਕੀਤਾ। ਹੁਣ ਜ਼ਰਾ ਧਿਆਨ ਨਾਲ ਸਮਝੋ ਜੀ, ਉੱਪਰ ਵਾਲੇ ਪਾਸੇ ਕੀ ਆਊਗੀ? ਕੰਪਰੈਸ਼ਨ, ਕੰਪਰੈਸਿਵ ਫੋਰਸਿਸ ਆ ਰਹੀਆਂ। ਕਿਉਂ? ਕਿਉਂਕਿ ਉੱਪਰ ਵਾਲੇ ਪਾਸੇ ਬੀਮ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਅੰਦਰ ਵਾਲੇ ਪਾਸੇ ਕੰਪਰੈਸ। ਥੱਲੇ ਵਾਲੇ ਪਾਸਿਓਂ ਬੀਮ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਬਾਹਰ ਵਾਲੇ ਪਾਸੇ। ਥੱਲੇ ਵਾਲੇ ਪਾਸੇ ਕਿਹੜੀਆਂ ਫੋਰਸਿਸ ਆ ਗਈਆਂ? ਟੈਂਸਾਈਲ ਫੋਰਸਿਸ। ਹੁਣ ਜੇਕਰ ਇਹ ਇਕੱਲਾ ਕੰਕਰੀਟ ਹੁੰਦਾ PCC, ਇਹਦੇ ਵਿੱਚ ਕੋਈ ਸਰੀਆ ਨਾ ਪਾਈਏ ਤਾਂ ਤੁਸੀਂ ਇੱਥੇ ਧਿਆਨ ਦੇਖੋਗੇ ਇਦਾਂ ਕਰਕੇ ਇਹਦੇ ਅੰਦਰ ਕੀ ਆ ਜਾਣਗੇ, ਇਟ ਵਿਲ ਡਿਵੈਲਪ ਕ੍ਰੈਕਸ ਹੇਅਰ, ਰਾਈਟ? ਔਰ ਉਹ ਕ੍ਰੈਕ ਪ੍ਰੋਪੋਗੇਟ ਹੁੰਦੇ 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 ਵੱਧਦੇ ਵੱਧਦੇ ਕੰਕਰੀਟ ਤੁਹਾਡਾ ਕਿਤੇ ਵੀ ਜਾ ਕੇ ਟੁੱਟ ਸਕਦਾ, ਇਦਾਂ ਕਰਕੇ ਸੇ ਇੱਥੋਂ ਟੁੱਟ ਗਿਆ। ਸੋ ਫॉर दैट ਉਸ ਚੀਜ਼ ਨੂੰ ਰੋਕਣ ਦੇ ਲਈ ਅਸੀਂ ਕੀ ਪਾਉਂਦੇ ਹਾਂ, ਜਿੱਧਰ ਵਾਲੇ ਪਾਸੇ ਟੈਨਸ਼ਨ ਆ ਰਹੀ ਹੈ, ਦੇਖੋ ਹੁਣ ਬੀਮ ਦੇ ਵਿੱਚ ਟੈਨਸ਼ਨ ਕਿੱਥੇ ਆ ਰਹੀ ਹੈ ਇਸ ਟਾਈਮ? ਥੱਲੇ। ਸੋ ਅਸੀਂ ਇੱਥੇ ਕੀ ਕਰਨਾ, ਸੌਰੀ ਆਪਾਂ ਇਹ ਜੋ ਪਾ ਰਹੇ ਹਾਂ ਦੈਟ ਇਜ਼ ਯੋਰ
this is your steel, right? So ਆ ਜਿਹੜਾ ਤੁਹਾਡਾ ਸਟੀਲ ਹੈ ਇਹਦੇ ਨਾਲ ਕੀ ਹੋ ਜਾਊਗਾ, ਜਿਹੜੀਆਂ cracks ਨੇ ਉਹ ਵੀ ਨਹੀਂ ਆਣਗੇ, ਜਿਹੜੀਆਂ ਤੁਹਾਡੀਆਂ tensile force ਆ ਉਹ ਵੀ ਚੱਕ ਲੂਗਾ. So this is the function of a steel and how tension forces are developed in a beam. So next है ਤੁਹਾਡੇ ਕੋਲੋਂ that steel reinforcing material ਦੀਆਂ advantages ਕੀ ਆ. Steel is cheap, easily available ਆਪਾਂ ਨੂੰ ਹੋ ਜਾਂਦਾ, durable ਹੈ, long time ਚੱਲਣ ਵਾਲਾ, ਕੰਕਰੀਟ ਦੇ ਨਾਲ ਉਹਦਾ ਬੌਂਡ ਬਹੁਤ ਵਧੀਆ, ਖਿੱਚਿਆ ਬਹੁਤ ਜ਼ਿਆਦਾ ਜਾ ਸਕਦਾ, ਹਾਈ ਟੈਂਸਾਈਲ ਸਟਰੈਂਥ ਹੈ ਉਹਦੀ, ਜੋ ਆਪਾਂ ਲਾਸਟ ਟਾਈਮ ਹੀ ਪੜ੍ਹਿਆ ਸੀਗਾ ਕਿ ਕੋਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ ਉਹਦਾ ਕੰਕਰੀਟ ਦੇ ਇਕੁਅਲ ਹੈ. ਇਹ ਵੈਲਿਊਜ਼ ਨੇ, ਦੇਖ ਲਓ ਤੁਸੀਂ ਸਾਰੇ ਜਣੇ, ਦੈਟ ਇਜ਼ 11.7 into 10 raised to power 6 into 10 raised to power -6 per degree Celsius ਤੇ ਦੂਸਰੇ ਦਾ 9.9. I know it is practically not that equal number wise, but ਜੇਕਰ ਅਸੀਂ ਇਹਨੂੰ ਥੋੜਾ ਜਿਹਾ ਸੋਚੀਏ ਇਟ ਇਜ਼ ਅਪਰੋਕਸੀਮੇਟਲੀ ਇਕੁਅਲ, ਕਿਉਂਕਿ ਇਹਦੇ ਤੋਂ ਵਧੀਆ ਕੰਬੀਨੇਸ਼ਨ ਹੋਰ ਕੋਈ ਨਹੀਂ ਬਣਦਾ ਸੀ. ਸੋ ਦੈਟਸ ਵਾਈ ਵੀ ਚੂਜ਼ ਸਟੀਲ. ਔਰ ਸਟੀਲ ਕੈਨ ਬੀ ਈਜ਼ੀਲੀ ਕੱਟ, ਬੈਂਟ, ਵੈਲਡ. ਸੋ these are the main advantages that's why we choose steel as a reinforcing material. Now steel are basically two types. One is mild steel reinforcement and another is HYSD. So ਜਿਹੜਾ ਹੁਣ ਇੱਥੇ ਤੁਹਾਨੂੰ ਲਿਖਿਆ ਦਿਸ ਰਿਹਾ Fe250 ਜਾਂ Fe415, these are the designations, right? ਸਟੀਲ ਨੂੰ ਅਸੀਂ ਕਿਵੇਂ ਡੈਜ਼ਿਗਨੇਟ ਕਰਦੇ ਹਾਂ? Fe that is iron, 250 ਹੁੰਦਾ ਸਟੀਲ ਦੀ yield strength, ਮਤਲਬ ਸਟੀਲ ਕਿੰਨਾ ਖਿੱਚਿਆ ਜਾ ਸਕਦਾ, ਔਰ ਇਹਨੂੰ ਅਸੀਂ ਜਿਵੇਂ ਕੰਕਰੀਟ ਨੂੰ FCK ਨਾਲ ਕਰਦੇ, ਇਹਨੂੰ ਅਸੀਂ FY ਨਾਲ ਡਿਨੋਟ ਕਰਦੇ ਹਾਂ. ਸੋ FY 250 ਨਿਊਟਨ ਪਰ ਸਕੁਅਰ mm. ਹੁਣ ਤੁਸੀਂ ਦੁਬਾਰਾ ਤੋਂ ਇੱਥੇ ਸਮਝੋ ਕਿ 1 mm by 1 mm ਦਾ ਸਟੀਲ ਕਿੰਨਾ ਖਿਚਾਵ ਸਹਿ ਸਕਦਾ? 250 ਨਿਊਟਨਸ, ਰਾਈਟ? ਜੇ ਮੰਨ ਲਓ ਮੇਰੀ ਸਟੀਲ ਦੀ ਬਾਰ ਆ, ਜੇ ਮੈਂ ਉਹਦੇ ਵਿੱਚ 1 mm by 1 mm ਦਾ ਸਿਰਫ ਛੋਟਾ ਜਿਹਾ ਏਰੀਆ ਲਵਾਂ, ਉਹਦੇ ਤੇ ਜੇ ਮੈਂ ਫੋਰਸ ਲਗਾਵਾਂ ਤਾਂ ਕਿੰਨੀ ਚੱਕ ਸਕਦਾ? 250 ਨਿਊਟਨ. ਸੇਮ ਜਿਹੜੇ ਹਾਈ HYSD ਰੀਇਨਫੋਰਸਮੈਂਟ ਹੈ, ਹਾਈ yield strength reinforcement, sorry, strength V formed reinforcement. ਅੱਜਕੱਲ HYSD bars use ਕੀਤੀਆਂ ਜਾਂਦੀਆਂ. ਤੁਸੀਂ ਕਦੀ ਵੀ ਸਾਈਟ ਦੇ ਉੱਤੇ ਇਹ ਨਹੀਂ ਸੁਣੋਗੇ ਸਟੀਲ ਲੈ ਕੇ ਆਓ, ਠੀਕ ਹੈ ਜੀ? ਤੁਸੀਂ ਹਮੇਸ਼ਾ ਸਾਈਟ ਦੇ ਉੱਤੇ ਟਰਮ ਸੁਣੋਗੇ ਰੀਬਾਰਸ. ਰੀਬਾਰਸ ਮਤਲਬ ਰੀਇਨਫੋਰਸਿੰਗ ਬਾਰਸ, ਕਿਉਂਕਿ ਜਦੋਂ ਅਸੀਂ ਸਟੀਲ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਰੇਲਵੇ ਦਾ ਸੈਕਸ਼ਨ ਦੇਖਿਆ ਹੋਣਾ, ਟ੍ਰੇਨ ਜਿਹਦੇ ਤੇ ਚੱਲਦੀ ਆ, ਉਹ ਵੀ ਇੱਕ ਸਟੀਲ ਦਾ ਸੈਕਸ਼ਨ ਆ, ਰਾਈਟ? ਉਹਨੂੰ ਵੀ ਤੁਸੀਂ ਸਟੀਲ ਦਾ ਸੈਕਸ਼ਨ ਕਹਿੰਦੇ ਹੋ, ਉਹਨੂੰ ਵੀ ਸਟੀਲ ਕਹਿ ਸਕਦੇ ਹੋ. ਜਿਵੇਂ ਤੁਸੀਂ ਚੈਨਲ ਸੈਕਸ਼ਨ ਦੇਖ ਲੈਂਦੇ ਹੋ ਕਈ ਵਾਰੀ, ਰਾਈਟ? ਐਂਗਲ ਸੈਕਸ਼ਨ, ਇਹ ਸਾਰੇ ਸਟੀਲ ਦੇ ਸੈਕਸ਼ਨਸ ਨੇ, ਇਹਨਾਂ ਨੂੰ ਵੀ ਸਟੀਲ ਬੋਲਦੇ ਆ. ਪਰ ਜੇ ਅਸੀਂ ਕਹੀਏ ਕਿ ਹਾਊ ਇਹ ਸਟੀਲ ਜਾਂ ਆਪਣਾ ਜਿਹੜਾ RCC ਦੇ ਵਿੱਚ ਪਾਣਾ ਸਟੀਲ, ਦੋਵਾਂ ਵਿੱਚ ਡਿਫਰੈਂਸ ਕੀ ਆ? ਤਾਂ ਉਹਨਾਂ ਨੂੰ ਜਿਹੜਾ RCC ਵਿੱਚ ਸਟੀਲ ਪੈਂਦਾ, ਦੈਟ ਆਰ ਕਾਲਡ rebars. So this is the basic difference between rebars and simple structural steel. ਉਹਨੂੰ ਅਸੀਂ structural steel ਵੀ ਬੋਲ ਸਕਦੇ ਹਾਂ, ਪਰ ਜਿਹੜਾ ਸਾਡੇ ਲਈ RCC ਦੇ ਵਿੱਚ ਅਸੀਂ ਸਟੀਲ ਦੀ ਗੱਲ ਕਰਾਂਗੇ, ਉਹਦਾ ਮਤਲਬ ਹਮੇਸ਼ਾ ਕੀ ਹੋਏਗਾ? ਉਹਦਾ ਮਤਲਬ rebars ਹੋਊਗਾ, reinforcing bars ਹੋਣਗੀਆਂ. Mild steel bars are the most ductile bars. ਸਭ ਤੋਂ ਵੱਧ ਜਿਹੜੀਆਂ ਖਿੱਚੀਆਂ ਜਾ ਸਕਦੀਆਂ ਬਾਰਸ ਨੇ ਉਹ ਮਾਈਲਡ ਸਟੀਲ ਨੇ. ਮਾਈਲਡ ਸਟੀਲ ਬਾਰਸ ਜਿਹੜੀਆਂ ਮੋਸਟਲੀ ਪਲੇਨ ਹੁੰਦੀਆਂ ਨੇ, ਹੌਟ ਰੋਲਡ ਹੁੰਦੀਆਂ ਨੇ. ਹੌਟ ਰੋਲਡ ਇਜ਼ ਦ ਪ੍ਰੋਸੈਸ ਬਾਈ ਵਿਚ ਦ ਬਾਰਸ ਆਰ ਮੇਡ. ਬਾਰਸ ਨੂੰ ਈਜ਼ੀਲੀ ਵੈਲਡ ਕੀਤਾ ਜਾ ਸਕਦਾ, ਬੈਂਡ ਕੀਤਾ ਜਾ ਸਕਦਾ, ਹੁਕਸ ਪ੍ਰੋਵਾਈਡਡ ਕੀਤੀਆਂ ਜਾ ਸਕਦੀਆਂ ਨੇ. ਹੁਕਸ ਪ੍ਰੋਵਾਈਡਡ ਕਰਦੇ ਆ ਮਾਈਲਡ ਸਟੀਲ ਵਿੱਚ, ਠੀਕ ਹੈ ਜੀ? Obviously it will give sufficient warning before failure. Suppose ਅਗਰ ਇੱਕ ਬਾਰ ਤੁਹਾਡੀ ਟੁੱਟਣ ਲੱਗੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਿਹਾ ਸੀ ਬਾਰ will act like a chewing gum. ਸਭ ਤੋਂ ਪਹਿਲਾਂ ਉਹ elongate ਕਰੇਗੀ, elongate ਹੋਣ ਤੋਂ ਬਾਅਦ ਥੋੜੀ ਜਿਹੀ ਡਿਫਾਰਮੇਸ਼ਨ ਹੋਰ ਜ਼ਿਆਦਾ ਦਿਖਾਏਗੀ, ਉਸ ਤੋਂ ਬਾਅਦ ਫਿਰ ਉਹ ਜਾ ਕੇ ਟੁੱਟੇਗੀ. ਤੇ ਜਦੋਂ ਬਾਰ ਇੰਨੀ ਜ਼ਿਆਦਾ ਡਿਫਾਰਮ ਹੋਏਗੀ ਤਾਂ ਸਾਨੂੰ ਸਟਰਕਚਰ ਦੇ ਵਿੱਚ ਪਤਾ ਲੱਗ ਜਾਏਗਾ that this structure is going to fail. ਸੋ ਆਪਾਂ ਉਸ ਤੋਂ ਪਹਿਲਾਂ ਨਿਕਲ ਜਾਵਾਂਗੇ, ਰਾਈਟ? Not preferred in RCC due to low strength. ਪਰ ਇਹਨੂੰ RCC ਵਿੱਚ ਅਸੀਂ ਯੂਜ਼ ਕਿਉਂ ਨਹੀਂ ਕਰਦੇ ਅੱਜ ਕੱਲ੍ਹ? ਕਿਉਂਕਿ ਇਹਦੀ ਸਟਰੈਂਥ ਲੋ ਆ. ਜੇਕਰ ਅਸੀਂ ਡਕਟਿਲਿਟੀ ਦੀ ਗੱਲ ਕਰੀਏ ਤਾਂ ਸਭ ਤੋਂ ਡਕਟਾਈਲ ਹੈ. ਓਬਵੀਅਸਲੀ ਚੁਇੰਗਮ ਵਾਂਗੂ ਜੇ ਬਹੁਤ ਜ਼ਿਆਦਾ ਖਿੱਚੀ ਜਾ ਰਹੀ ਹੈ ਸਾਡੇ ਲਈ ਫਾਇਦੇਮੰਦ ਆ, ਪਰ ਉਹ ਸਟਰੈਂਥ ਕਿੰਨੀ ਚੱਕ ਸਕਦੀ ਹੈ? 1 ਸਕੁਅਰ mm ਵਿੱਚ 250 ਨਿਊਟਨਸ, ਰਾਈਟ? ਤਾਂ ਫਿਰ ਅਸੀਂ ਉਹ ਕਿਉਂ ਯੂਜ਼ ਕਰਾਂਗੇ ਜਦ ਸਾਡੇ ਕੋਲ 415 ਜਾਂ 500 ਦੀਆਂ ਬਾਰਸ ਆ? ਸੋ ਮਾਈਲਡ ਸਟੀਲ ਬਾਰਸ ਆਰ ਆਲਸੋ ਕਾਲਡ plain bars. Next is HYSD bars.
HYSD ਬਾਰਸ ਜਿਹੜੀਆਂ ਨੇ ਇਹਨਾਂ ਦਾ ਈਲਡਿੰਗ ਪੁਆਇੰਟ ਜਿਹੜਾ ਆ ਬਹੁਤ ਜ਼ਿਆਦਾ, ਈਲਡਿੰਗ ਪੁਆਇੰਟ ਮਤਲਬ ਇਹ ਕਾਫੀ ਜ਼ਿਆਦਾ ਖਿੱਚੀਆਂ ਜਾ ਸਕਦੀਆਂ ਨੇ, ਬਟ ਇਹ ਕੋਈ ਪਰਟੀਕੂਲਰ ਪੁਆਇੰਟ ਨਹੀਂ ਦਿਖਾਉਂਦੀਆਂ ਕਿ ਇਸ ਲੋਡ ਦੇ ਉੱਤੇ ਜਾ ਕੇ ਇਹ ਜ਼ਿਆਦਾ ਹੋਊਗਾ। ਮਾਈਲਡ ਸਟੀਲ ਬਾਰ ਦੇ ਵਿੱਚ ਇਸ ਚੀਜ਼ ਬਾਰੇ ਕਨਫਰਮੇਸ਼ਨ ਹੈ ਕਿ ਉਹ ਕਿਸ ਪੁਆਇੰਟ ਦੇ ਉੱਤੇ ਜਾ ਕੇ ਸਭ ਤੋਂ ਵੱਧ ਖਿੱਚਦੀ ਆ। yield stress ਜਿਹੜੀ ਅਸੀਂ ਲੈਂਦੇ ਆ 0.2% proof stress ਲੈਂਦੇ ਆ, so it will come in next video lectures ਕਿ proof stress ਕੀ ਹੁੰਦੀ ਆ। ਹਾਲ ਦੀ ਘੜੀ ਆਪਾਂ ਸਿਰਫ ਇਹਨੂੰ ਇਹ ਇੱਕ ਪੁਆਇੰਟ ਮੰਨ ਕੇ ਚੱਲਦੇ ਆ, ਬਿਕਾਜ਼ ਕੁਝ ਪੁਆਇੰਟਸ ਤੁਹਾਡੇ ਇਹੋ ਜਿਹੇ ਹੋਣਗੇ ਜਿਹੜੇ ਤੁਹਾਨੂੰ ਵਿਦ ਟਾਈਮ ਕਲੀਅਰ ਹੋਣਗੇ, ਵਿਦ ਲੈਕਚਰਸ ਕਲੀਅਰ ਹੋਣਗੇ। ਨੈਕਸਟ ਜਿਹੜੀਆਂ HYSD ਬਾਰਸ ਨੇ ਉਹਦੇ ਜਿਹੜੀ ਸਭ ਤੋਂ ਵਧੀਆ ਪਛਾਣ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਜਾਂ ਕਰੰਟ ਸਿਨੈਰੀਓ ਦੇ ਵਿੱਚ, ਜਿਹੜੀਆਂ ਬਾਰਸ ਦੇ ਉੱਤੇ ਪ੍ਰੋਜੈਕਸ਼ਨਸ ਬਣੇ ਹੋਣ ਦੈਟ ਆਰ HYSD ਬਾਰਸ, ਰਾਈਟ। ਕੋਈ ਜਿਵੇਂ ਤੁਸੀਂ ਬਾਰਸ ਦੇਖਦੇ ਹੋ, ਵਨ ਹੈ ਜਿਵੇਂ ਆਇਆ ਬਾਰ, ਤਾਂ ਤੁਸੀਂ ਦੇਖਦੇ ਹੋ ਬਾਰ ਦੇ ਉੱਤੇ ਇੱਦਾਂ ਕਰਕੇ ਇੰਡੈਂਟੇਸ਼ਨਸ ਬਣੀਆਂ ਹੁੰਦੀਆਂ, ਸੋ ਇਹ ਤੋਂ ਪਤਾ ਲੱਗਦਾ ਦੈਟ ਇਜ਼ HYSD ਬਾਰ। ਜੇ ਉਹ ਬਾਰ ਪਲੇਨ ਹੈ ਤੇ ਉਹ ਤੁਹਾਡੀ ਕਿਹੜੀ ਹੁੰਦੀ ਆ, ਮਾਈਲਡ ਸਟੀਲ ਦੀ ਬਾਰ ਹੁੰਦੀ ਹੈ, ਰਾਈਟ। ਜੇਕਰ ਹੁਣ ਸਾਡੀ ਬਾਰ ਇਦਾਂ ਦੀ ਆ, ਇੱਕ ਦੇ ਉੱਪਰ ਦੂਸਰੀ ਬਾਰ ਜਿਹੜੀ ਆ ਉਹ ਪਾਣੀ, ਉਹਦੇ ਲਈ ਓਵਰਲੈਪ ਜਿਹੜਾ ਚਾਹੀਦਾ ਉਹ ਘੱਟ ਚਾਹੀਦਾ ਆ, ਪਰ ਜੇਕਰ ਤੁਸੀਂ ਕਹੋਗੇ ਦੂਸਰੇ ਦੇ ਵਿੱਚ ਮਾਈਲਡ ਸਟੀਲ ਵਿੱਚ ਤਾਂ ਓਵਰਲੈਪ ਜ਼ਿਆਦਾ ਚਾਹੀਦਾ ਹੁੰਦਾ। ਮਾਈਲਡ ਸਟੀਲ ਦੇ ਵਿੱਚ ਤੁਸੀਂ ਪੁਰਾਣੇ ਘਰ ਜਦੋਂ ਜੇ ਕੁਝ ਤੁਸੀਂ ਟੁੱਟਿਆ ਦੇਖਿਆ ਹੋਊਗਾ, ਉਹ 'ਚ ਸਰੀਆ ਇਦਾਂ ਹੁੰਦਾ, ਯੂ ਬੈਂਡ ਬਣੇ ਹੁੰਦੇ ਐਂਡ ਦੇ ਉੱਤੇ। These bends are made, but nowadays these are not made. These are just like this. These are just like this, right? Straight bars, bend नहीं provide किया जाता, और इन्ह bars की tensile strength भी बहुत high होती है। These are also called ribbed bars, right? Ribs मतलब जेड़े उन्हां दे ऊपर indentations बनियां उन्हां नू ribs कहंदे आ, so that's why from there they get the name ribbed bars। आ देखो left side दे उत्ते mild steel bars, right side ਤੇ HYSD ਆ ਜਿਹਨੂੰ ribbed bars ਬੋਲ ਦਿੰਦੇ ਆ। Now further moving over to what are the type of loads, ਜਿਵੇਂ ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ IS ਕੋਡ ਇੱਕ ਇਹੋ ਜਿਹਾ ਸੈਟ ਆਫ ਸਪੈਸੀਫਿਕੇਸ਼ਨਸ ਨੇ ਇੰਡੀਆ ਦਾ ਜਿਹਨੇ ਕਿ ਤੁਹਾਨੂੰ ਬਿਲਡਿੰਗ ਡਿਜ਼ਾਈਨ ਕਰਨ ਲਈ ਜਾਂ ਕੁਝ ਵੀ ਚੀਜ਼ ਡਿਜ਼ਾਈਨ ਕਰਨ ਲਈ ਹਰ ਇੱਕ ਸਪੈਸੀਫਿਕੇਸ਼ਨ ਦੇਣੀ ਹੈ, ਰਾਈਟ। ਜਦੋਂ ਅਸੀਂ ਬਿਲਡਿੰਗ ਨੂੰ ਡਿਜ਼ਾਈਨ ਕਰਨਾ ਕਿਹੜੇ ਲੋਡਸ ਲਈ ਡਿਜ਼ਾਈਨ ਕਰਾਂਗੇ, ਤੇ ਉਹ ਲੋਡਸ ਜਿਹੜੇ ਡਿਜ਼ਾਈਨ ਕਰਦੇ ਆ ਉਹ ਵੀ ਇੱਕ IS ਕੋਡ ਦੇ ਵਿੱਚ ਸਪੈਸੀਫਾਈਡ ਹੈ ਕਿ ਇੱਕ ਆਮ ਸਟਰਕਚਰ ਦੇ ਉੱਤੇ ਇੰਨਾ ਲੋਡ ਲੱਗਣਾ, ਠੀਕ ਹੈ ਜੀ। ਮਲਟੀ ਸਟੋਰੇਜ ਸਟਰਕਚਰ ਤੇ ਇੰਨਾ ਲੱਗਣਾ, ਉਹ ਬਿਲਡਿੰਗ ਕਮਰਸ਼ੀਅਲ ਆ ਤਾਂ ਇਹ ਹੋਊਗਾ, ਐਜੂਕੇਸ਼ਨਲ ਆ ਤਾਂ ਇੰਨਾ ਲੋਡ ਲੱਗੂਗਾ, ਰੈਜ਼ੀਡੈਂਸ਼ੀਅਲ ਆ ਤਾਂ ਇੰਨਾ ਲੋਡ ਲੱਗੂਗਾ। ਸੋ ਐਵਰੀਥਿੰਗ ਇਜ਼ ਗਿਵਨ ਇਨ ਦ ਕੋਡ ਜਿਹੜਾ ਇੱਥੇ ਤੁਹਾਡੇ ਸਾਹਮਣੇ ਲਿਖਿਆ IS 875, ਔਰ ਇਹਨਾਂ ਦੇ ਵਿੱਚ ਅਲੱਗ-ਅਲੱਗ ਪਾਰਟਸ ਨੇ। ਜਿਵੇਂ ਪਾਰਟ 1 ਵਿੱਚ ਤੁਹਾਨੂੰ ਡੈਡ ਤੇ ਲਾਈਵ ਲੋਡ ਮਿਲਣਗੇ, ਵਿੰਡ ਲੋਡਸ ਦੇ ਬਾਰੇ ਤੁਸੀਂ ਲੈਣਾ ਤੇ ਉਹਦਾ ਪਾਰਟ 3 ਲਓਗੇ, ਸਨੋ ਲੋਡਸ ਲਈ ਪਾਰਟ 4 ਤੇ ਸਿਜ਼ਮਿਕ ਲੋਡਸ ਲਈ 1893। ਸੋ ਥੀਸ ਆਰ ਦ 5 ਬੇਸਿਕ ਲੋਡਸ। ਫਸਟ ਡੈਡ ਲੋਡਸ, ਜਿਵੇਂ ਸਾਡੇ ਬੀਮ ਦਾ ਆਪਣਾ ਭਾਰ ਹੋ ਗਿਆ, ਜਾਂ ਫਿਰ ਬੀਮ ਦੇ ਉੱਪਰ ਲੋਡ ਜਿਹੜਾ ਲੱਗ ਰਿਹਾ ਹੈ ਛੱਤ ਦਾ ਲੋਡ, ਦੈਟ ਇਜ਼ ਡੈਡ ਲੋਡ, ਕਿਉਂਕਿ ਉਹ ਸਾਰੀ ਜ਼ਿੰਦਗੀ ਕਦੀ ਹਿੱਲਣ ਵਾਲਾ ਨਹੀਂ। ਲਾਈਵ ਲੋਡਸ ਕਿਵੇਂ ਹੋ ਗਏ, ਜਿਵੇਂ ਆਪਾਂ ਚੱਲ ਰਹੇ ਹਾਂ ਜਾਂ ਕਹਿ ਲਓ ਕੋਈ ਟਰੋਲੀਜ਼ ਵਗੈਰਾ ਚੱਲ ਰਹੀਆਂ, ਸਪੋਜ਼ ਛੋਟੀਆਂ ਮੋਟੀਆਂ ਟਰੋਲੀਆਂ, ਠੀਕ ਆ। ਜੇ ਤੁਹਾਡੀ ਕੋਈ ਮਲਟੀ ਸਟੋਰੇਜ ਸਟਰਕਚਰ ਦੇ ਵਿੱਚ ਕੋਈ ਫੈਕਟਰੀ ਆ, ਰਾਈਟ, ਬੰਦਿਆਂ ਦੀ ਬਹੁਤ ਜ਼ਿਆਦਾ ਮੂਵਮੈਂਟ, ਦੈਟ ਆਲਸੋ ਕਮ ਅੰਡਰ ਲਾਈਵ ਲੋਡਸ। ਵਿੰਡ ਲੋਡਸ, ਇਹ ਵਿੰਡ ਲੋਡਸ ਆ ਜਿਹੜੇ ਉਹ ਐਕਚੁਅਲੀ ਡਿਪੈਂਡ ਕਰਦੇ ਹੁੰਦੇ ਆ ਤੁਹਾਡੇ ਸਟਰਕਚਰ ਦੀ ਹਾਈਟ ਦੇ ਉੱਤੇ। ਜੇਕਰ ਤੁਹਾਡਾ 2 ਜਾਂ 3 ਮੰਜ਼ਲੀ ਸਟਰਕਚਰ ਹੈ, ਜਨਰਲੀ ਅਸੀਂ ਵਿੰਡ ਲੋਡ ਦਾ ਐਨਾਲਿਸਿਸ ਨਹੀਂ ਕਰਦੇ, ਪਰ ਜੇ ਉਹ 4 ਜਾਂ 5 ਮੰਜ਼ਲੀ ਸਟਰਕਚਰ ਹੋਵੇ ਤਾਂ ਹਮੇਸ਼ਾ ਅਸੀਂ ਵਿੰਡ ਲੋਡ ਨੂੰ ਕੰਸੀਡਰ ਕਰਕੇ ਚੱਲਣਾ ਹੈ, ਕਿਉਂਕਿ ਉੱਥੇ ਵਿੰਡ ਦੀ ਹਾਈਟ ਦੇ ਨਾਲ ਵਿੰਡ ਦੀ ਇੰਟੈਂਸਿਟੀ ਜ਼ਿਆਦਾ ਹੋਊਗੀ, ਉਹ ਸਟਰਕਚਰ ਨੂੰ ਅਫੈਕਟ ਕਰਨਾ ਸ਼ੁਰੂ ਕਰੂਗੀ। ਥੱਲੇ 2-3 ਮੰਜ਼ਲੀ ਤੱਕ ਉਹ ਅਫੈਕਟ ਨਹੀਂ ਕਰਦੀ। ਸਨੋ ਲੋਡਸ ਆਰ ਨਾਟ ਕੰਸੀਡਰਡ ਇਨ ਆਰ ਪੰਜਾਬ, ਔਰ ਯੂ ਕੈਨ ਸੇ ਇੰਡੀਆ ਦੇ ਵਿੱਚ ਮੈਜੋਰਿਟੀ ਨਹੀਂ ਲੈ ਜਾਂਦੇ। ਉੱਥੇ ਲੈ ਜਾਂਦੇ ਜਿੱਥੇ ਬਹੁਤ ਇਨੋਰਮਸ ਸਨੋ ਪੈਂਦੀ ਆ ਤੇ ਛੱਤਾਂ ਦੇ ਉੱਪਰ ਬਹੁਤ ਕਾਫੀ ਫੁੱਟ 2-2 ਫੁੱਟ ਜੇ ਸਨੋ ਜੰਮ ਜਾਵੇ ਤਾਂ ਉਦੋਂ ਲੋਡ ਉਹਦਾ ਪੈਂਦਾ, ਸੋ ਉਹਨਾਂ ਇਲਾਕਿਆਂ ਦੇ ਵਿੱਚ ਸਨੋ ਲੋਡਸ ਲਏ ਜਾਂਦੇ ਨੇ। ਐਂਡ ਲਾਸਟ ਆਰ ਸਿਜ਼ਮਿਕ ਲੋਡਸ। ਸਿਜ਼ਮਿਕ ਲੋਡਸ ਵੀ ਬੇਸਿਕਲੀ ਉੱਥੇ ਹੀ ਲਏ ਜਾਂਦੇ ਜਿੱਥੇ ਬਹੁਤ ਫਰੀਕੁਐਂਟ ਅਰਥਕੁਏਕਸ ਆਉਂਦੇ ਨੇ, ਠੀਕ ਹੈ ਜੀ। ਆਪਣੇ ਇੱਥੇ ਅਰਥਕੁਏਕਸ ਇੰਨੇ ਜ਼ਿਆਦਾ ਆਉਂਦੇ ਨਹੀਂ, ਸੋ ਉਸ ਅਕੋਰਡਿੰਗਲੀ ਸਿਜ਼ਮਿਕ ਲੋਡਸ ਨੂੰ ਉਦੋਂ ਯੂਜ਼ ਕੀਤਾ ਜਾਂਦਾ ਜਿੰਨਾ ਡਿਪੈਂਡ ਕਰਦਾ ਹਰ ਚੀਜ਼। ਲੋਡਸ ਸਾਰੇ ਉਹਦੇ ਤੇ ਡਿਪੈਂਡ ਕਰਦੇ ਨੇ ਕਿ ਤੁਹਾਡਾ ਕਿਹੜਾ ਸਟਰਕਚਰ ਹੈ ਤੇ ਤੁਹਾਡਾ ਸਟਰਕਚਰ ਸਿਚੁਏਟਡ ਕਿੱਥੇ ਹੈ, ਰਾਈਟ। ਡੈਡ ਤੇ ਲਾਈਵ ਲੋਡ ਡਿਪੈਂਡ ਕਰਦਾ ਸਟਰਕਚਰ ਕਿਹੋ ਜਿਹਾ, ਵਿੰਡ ਸਨੋ ਸਿਜ਼ਮਿਕ ਲੋਡਸ ਡਿਪੈਂਡ ਕਰਦੇ ਸਟਰਕਚਰ ਕਿੱਥੇ ਆ, ਰਾਈਟ। So these are the loads which
are going to be discussed in further cases in the design of structural members. So ਆਪਾਂ ਜਿਹੜਾ design ਕਰਨਾ, we'll just design with dead load and live load. We are not going to consider wind, snow or seismic load in any of the design of a structural member. So we'll see in coming video lectures. Thank you so much.